ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਪੰਜਾਬ ਦੀ ਸਿਆਸਤ ਦੇ ਉੱਤੇ ਨਿਤ ਨਵੀਂ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਹੈ। ਹੁਣ ਇੱਕ ਦਲਿਤ ਪੱਤਾ ਜਿਹਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਸੀਗੀ, ਬਸਪਾ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ, ਇਹਦੇ ਉੱਤੇ ਅਸੀਂ ਲਗਾਤਾਰ ਸੰਵਾਦ ਕਰ ਰਹੇ ਹਾਂ। ਲਗਾਤਾਰ ਬੁੱਧੀਜੀਵੀਆਂ ਨੂੰ, ਵੱਖ-ਵੱਖ ਸਿਆਸੀ ਮਾਹਰਾਂ ਨੂੰ, ਉਹਨਾਂ ਨਾਲ ਚਰਚਾ ਇਸ ਕਰਕੇ ਕਰ ਰਹੇ ਹਾਂ ਕਿ ਇਸ ਦੇ ਵਿੱਚ ਕੀ ਕੁਝ ਜਿਹੜਾ ਉਹ ਸਾਹਮਣੇ ਨਿਕਲ ਕੇ ਆਉਂਦਾ ਹੈ ਕਿ ਦਲਿਤ ਪੰਜਾਬ ਦੇ ਵਿੱਚ ਕੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਜੇ ਕਰਦੇ ਨੇ ਜਾਂ ਨਹੀਂ ਕਰਦੇ ਤਾਂ ਉਹਦੇ ਕੀ ਕਾਰਨ ਨੇ, ਕਿਸ ਤਰ੍ਹਾਂ ਦਾ ਹਸ਼ਰ ਪੰਜਾਬ ਦੇ ਵਿੱਚ, ਦੇਸ਼ ਦੀ ਪੋਲਿਟਿਕਸ ਦੇ ਉੱਤੇ ਵੀ ਅਸੀਂ ਨਜ਼ਰ ਨਾਲੋਂ ਨਾਲ ਮਾਰਾਂਗੇ। ਪ੍ਰਕਾਸ਼ ਸਿੰਘ ਬਾਦਲ ਨੂੰ ਸਮਨ ਹੋਣਾ, ਇਹ ਸਭ ਵੱਡੀਆਂ ਖਬਰਾਂ, ਇਸ ਉੱਤੇ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਫੈਸਰ ਸਾਹਿਬ, ਕਿੱਦਾਂ ਦੇਖਦੇ ਹੋ ਇੱਕ ਦਲਿਤ ਪੱਤਾ ਜਿਹਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਪੱਬਾਂ ਭਾਰ ਸੀ, ਤੇ ਉਹ ਹੁਣ ਦਲਿਤਾਂ ਨੂੰ ਕੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਦਲਿਤਾਂ ਨੂੰ ਇੱਕ ਸੁਰੱਖਿਆ ਛਤਰੀ ਦੀ ਜ਼ਰੂਰਤ ਹੁੰਦੀ ਹੈ ਆਪਣੇ ਆਪ ਨੂੰ ਜਿਹੜਾ ਉਹ ਸਾਬਤ ਕਰਨ ਦੇ ਲਈ ਕਿ ਅਸੀਂ ਵੀ ਸਿਆਸਤ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਰੁਤਬਾ ਰੱਖਦੇ ਆ, ਕੋਈ ਸਾਡੀ ਵੀ ਅਹਿਮੀਅਤ ਹੈਗੀ ਹੈ ਵੋਟਾਂ 'ਚ। ਦੇਖੋ, ਵੋਟਾਂ ਤੇ ਉਹਨਾਂ ਤੋਂ ਲਈਆਂ ਜਾਂਦੀਆਂ ਆ ਜਾਂ ਖਰੀਦ ਲਈਆਂ ਜਾਂਦੀਆਂ ਆ। ਇਹ ਅਫਸੋਸ ਦੀ ਗੱਲ ਆ ਕਿ ਜਿਸ ਢੰਗ ਨਾਲ ਸਾਡੀ ਰਾਜਨੀਤੀ ਨੂੰ ਆਰਗੇਨਾਈਜ਼ ਕੀਤਾ ਗਿਆ, ਉਹਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਦਲਿਤ ਭਾਈਚਾਰਾ ਲਾ ਲਏ, ਜਿਸ ਢੰਗ ਨਾਲ ਇਸ ਵੇਲੇ ਚੱਲ ਰਿਹਾ ਕਿ ਉਹਦੇ 'ਚ ਉਹਨਾਂ ਦਾ ਬਹੁਤਾ ਸਥਾਨ ਤੇ ਜਿਹੜੀ ਅਸਲ ਮਾਨੇ ਸਸ਼ਕਤੀਕਰਨ ਆ ਉਹ ਹੋ ਨਹੀਂ ਸਕਦਾ। ਦੋ ਜਗ੍ਹਾ ਦੇ ਉੱਤੇ ਉਹਨਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲਦੀ ਹੈ ਰਿਜ਼ਰਵੇਸ਼ਨ ਦੇ, ਜਿਹਨੂੰ ਅਸੀਂ ਕਹਿੰਦੇ ਹਾਂ ਰਾਖਵਾਂ ਕਰਨ ਦੇ ਰਾਹੀਂ। ਸੁਖਵਿੰਦਰ, ਇੱਕ ਤੇ ਜਿਸ ਤਰੀਕੇ ਨਾਲ ਪੜ੍ਹਾਈ ਵਿੱਚ ਉਹਨਾਂ ਨੂੰ ਰਾਹਤ ਮਿਲ ਜਾਂਦੀ ਆ, ਜੇ ਮੈਰਿਟ ਨਹੀਂ ਵੀ ਹੈ ਤੇ ਉਹ ਐਂਟਰੀ ਮਾਰ ਜਾਂਦੇ। ਦੂਸਰਾ ਸੀਗਾ ਨੌਕਰੀਆਂ ਦੇ ਵਿੱਚ। ਇਹਨਾਂ ਦੋਹਾਂ ਹੀ ਜਗ੍ਹਾ ਦੇ ਵਿੱਚ ਹੁਣ ਹਾਲਾਤ ਬੜੇ ਖਰਾਬ ਆ। ਤੁਸੀਂ ਦਲਿਤਾਂ ਦੇ ਸਕਾਲਰਸ਼ਿਪ ਦਾ 3 ਸਾਲਾਂ ਤੋਂ ਰੌਲਾ ਪਿਆ, ਕਹਿੰਦੇ ਸਰਟੀਫਿਕੇਟ ਨਹੀਂ ਦੇਣੇ। 2.25 ਲੱਖ ਜਿਹੜੇ ਦਲਿਤ ਆ ਉਹਨਾਂ ਦਾ ਝਗੜਾ ਸਕਾਲਰਸ਼ਿਪਾਂ ਦਾ ਪਿਆ ਆ, ਉਹ ਪੰਜਾਬ ਚੋਂ ਬਾਹਰ ਕੀਤੇ। ਇਹਦਾ ਮਤਲਬ ਉੱਥੇ ਵੀ ਪਚਦੇ ਨਹੀਂ। ਪ੍ਰਾਈਵੇਟ ਇੰਸਟੀਟਿਊਸ਼ਨਾਂ ਦੀ ਮੈਂ ਗੱਲ ਕਰ ਰਿਹਾ। ਦੂਸਰੀ ਗੱਲ, ਜਿੱਥੋਂ ਤੱਕ ਸਰਕਾਰੀ ਨੌਕਰੀਆਂ ਸੀ ਉਹ ਸਾਰੀਆਂ ਬੰਦ ਕੀਤੀਆਂ ਜਾ ਰਹੀਆਂ ਆ, ਪਬਲਿਕ ਸੈਕਟਰ ਨੂੰ ਵਾਈਂਡ ਅਪ ਕੀਤਾ ਜਾ ਰਿਹਾ। ਉਹ ਦੋਹੇ ਹੀ ਰਾਹਤ ਦੇ ਸੋਮੇ ਜਿੱਥੋਂ ਅਸਲ ਮਾਨਿਆਂ 'ਚ ਮਿਲਦੀ ਸੀ ਉਹ ਨਹੀਂ ਮਿਲ ਰਹੀ। ਤੀਜਾ ਸੀਗੀ ਰਿਜ਼ਰਵੇਸ਼ਨ ਰਾਜਨੀਤੀ 'ਚ ਕਿ ਇੱਥੇ ਉਹ ਸਿੱਧਾ ਜਾਣਗੇ, ਉੱਥੇ ਆਪਣਾ ਕੁਛ ਕਰਨਗੇ। ਮੈਂ ਹੁਣੇ ਹੀ ਇੱਕ ਭੀਮ ਰਾਓ ਅੰਬੇਦਕਰ ਸਾਹਿਬ ਦੇ ਪੜਪੋਤੇ ਉਹਨਾਂ ਦਾ ਸੁਣ ਰਿਹਾ ਸੀ ਭਾਸ਼ਣ, ਉਹ 6 ਮਿੰਟ ਦੀ ਕੋਈ ਕਲਿੱਪਿੰਗ ਸੀ। ਉਹ ਕਹਿੰਦੇ ਸਾਨੂੰ ਨਹੀਂ ਇਹੋ ਜਿਹੀ ਰਾਜਨੀਤੀ 'ਚ ਰਿਜ਼ਰਵੇਸ਼ਨ ਚਾਹੀਦੀ, ਇਹਦਾ ਕੋਈ ਸਾਨੂੰ ਫਾਇਦਾ ਨਹੀਂ ਹੈ। ਤੇ ਸਿਰਫ 10 ਸਾਲ ਲਈ ਅੰਬੇਦਕਰ ਸਾਹਿਬ ਨੇ ਦਿੱਤੀ ਸੀ, ਹਰ ਸਾਲ ਹਰ 10 ਸਾਲਾਂ ਬਾਅਦ ਉਸਨੂੰ ਫਿਰ ਕਿਉਂ ਇਸ ਨੂੰ ਰੀਨਿਊ ਕਰਕੇ ਐਕਸਟੈਂਡ ਕਰ ਦਿੰਦੇ? ਕਾਰਨ ਉਹਦਾ ਇਹ ਹੈ ਕਿ ਬਾਕੀ ਜਗ੍ਹਾ ਤੇ ਰਿਜ਼ਰਵੇਸ਼ਨ ਮੰਗੀਏ ਤੇ ਤਾਂ ਨਹੀਂ ਦਿੰਦੇ, ਇੱਥੇ ਰਿਜ਼ਰਵੇਸ਼ਨ ਸਾਰੀਆਂ ਪਾਰਟੀਆਂ ਯੂਨੈਨਿਮਸਲੀ ਅੱਗੇ ਤੋਰ ਦਿੰਦੀਆਂ, ਅੱਗੇ ਕਰ ਦਿੰਦੀਆਂ, ਦੁਬਾਰਾ ਸ਼ੁਰੂ ਕਰ ਦਿੰਦੀਆਂ ਕਿ 10 ਸਾਲ ਹੋਰ ਦੇ ਦਿਓ ਜੀ, ਕਿਉਂਕਿ ਥੋੜੇ ਜਿਹੇ ਦਲਿਤਾਂ ਨੂੰ ਉਹ ਉੱਥੇ ਚੋਣਾਂ ਲੜਾ ਕੇ ਆਪਣੀ ਪਾਰਟੀ ਲਈ ਵਰਤਦੇ ਆ। ਦਲਿਤਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਰੱਬ ਦਾ ਵਾਸਤਾ ਇਹਨੂੰ ਬੰਦ ਕਰਕੇ, ਜੇ ਤੁਸੀਂ ਸਹੀ ਮਾਨਿਆਂ ਦੇ ਵਿੱਚ ਦਲਿਤ ਦੀ ਇੰਪਾਵਰਮੈਂਟ ਕਰਨੀ ਆ ਤੇ ਜੋ ਪੂਨਾ ਪੈਕਟ ਅੰਬੇਦਕਰ ਤੇ ਗਾਂਧੀ ਦੇ ਵਿਚਾਲੇ ਹੋਇਆ ਸੀਗਾ ਅੱਜ ਤੋਂ 90 ਸਾਲ ਪਹਿਲਾਂ, ਉਸ ਨੂੰ ਅਨਲ ਕੀਤਾ ਜਾਏ ਤੇ ਇਹਨਾਂ ਦੀਆਂ ਅਲੱਗ ਵੋਟਰ ਕਨਸਟੀਚੁਐਂਸੀ ਬਣੀ ਜਾਏ ਤਾਂ ਕਿ ਇਹ ਅਲੱਗ ਆਪਣੀ ਵਾਇਸ ਬਰਾਬਰ ਦੀ ਉੱਥੇ ਰੱਖਣ, ਸਾਰੇ ਇਕੱਠੇ ਹੋਣ, ਤਾਂ ਕਿ ਉਹਨਾਂ ਦੇ ਕਿਸੇ ਵੀ ਦੂਜੀਆਂ ਪਾਰਟੀਆਂ ਦੀ ਲੀਡਰਸ਼ਿਪ ਤੇ ਦਬਾਅ ਜਾਂ ਉਹਨਾਂ ਦੀ ਬੋਲੀ ਨਾ ਬੋਲਣ। ਇਹ ਅਸਲ ਮਾਨਿਆਂ 'ਚ ਜਿਸ ਕੰਮ ਲਈ ਉੱਥੇ ਅਸੈਂਬਲੀ ਜਾਂ ਹੋਰ ਨਾ ਜਗ੍ਹਾ ਤੇ, ਭਾਵੇਂ ਜ਼ਿਲ੍ਹਾ ਪ੍ਰੀਸ਼ਦ ਹੋਵੇ, ਕਿਤੇ ਵੀ ਹੋਵੇ, ਪੰਚਾਇਤਾਂ ਹੋਣ, ਜਿੱਥੇ ਵੀ ਚੁਣ ਕੇ ਜਾਂਦੇ ਆ, ਉਹ ਉਹਨਾਂ ਦੀ ਨੁਮਾਇੰਦਗੀ ਕਰਨ, ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਰਾਜਨੀਤੀ ਦੇ ਪੱਤੇ ਉੱਥੇ ਖੇਡਣ। ਇਸ ਲਈ ਜਿਹੜਾ ਤੁਸੀਂ ਦਲਿਤ ਸਵਾਲ ਖੜਾ ਕੀਤਾ, ਮੈਂ ਕਹਿੰਦਾ ਕਿ ਰਿਜ਼ਰਵੇਸ਼ਨ ਦਾ ਤੇ ਇਹ ਹਾਲ ਆ। ਫਿਰ ਹੁੰਦਾ ਕਿ ਵੋਟਾਂ ਤੇ ਇਹਨਾਂ ਕੋਲ ਹੈ, ਪੰਜਾਬ 'ਚ ਤੇ 32% ਵੋਟਾਂ, ਸਾਰੇ ਭਾਰਤ ਵਿੱਚ ਜਿੰਨੀਆਂ ਦਲਿਤ ਦੀ ਪ੍ਰਪੋਰਸ਼ਨ ਹੈਗੀ ਉਹਦੇ ਨਾਲ ਕਿਤੇ ਜ਼ਿਆਦਾ ਹੈ, ਔਰ ਪਿੰਡਾਂ 'ਚ 37% ਆ। 39 ਟੋਟਲ ਕਾਸਟਾਂ ਜਿਹੜੀਆਂ ਸ਼ਡਿਊਲਡ ਕਾਸਟ ਸਾਡੇ, ਉਹ ਮੇਜਰ ਰੋਲ ਪਲੇ ਕਰਦੀਆਂ। ਪਿਛਲੀ ਵਾਰੀ ਜਦੋਂ ਬੀਜੇਪੀ ਨੇ ਆਪਣੀ ਯੂਪੀ ਦੇ ਵਿੱਚ ਸਰਕਾਰ ਬਣਾਈ ਆ, ਯੋਗੀ ਵਾਲੀ ਸਰਕਾਰ, ਉਹਦਾ ਸਾਰੇ ਦਾ ਸਾਰਾ ਜਿਹੜਾ ਕਾਸਟ ਪੱਤਾ ਸੀਗਾ, ਅਪਰ ਕਾਸਟ ਨੂੰ ਉਹਨਾਂ ਨੇ ਵੈਸੇ ਠਾਕਰ ਜਾਂ ਹੋਰ ਕਿਸੇ ਨਾ ਕਿਸੇ ਤਰੀਕੇ ਨਾਲ ਲਾ ਲਿਆ। ਜਿਹੜੀਆਂ ਮਿਡਲ ਕਾਸਟਾਂ ਸੀਗੀਆਂ ਉਹਨਾਂ ਦੀ ਜਿਹੜੀ ਅਪਰ ਕਾਸਟ ਸੀਗੇ, ਯਾਦਵਾਂ ਨੂੰ ਮਾਈਨਸ ਕਰਤਾ, ਬਾਕੀ ਦੇ OBC ਨੂੰ ਪੜਾਤੀ ਪੱਟੀ ਕੇ, ਤੇ ਯਾਦਵਾਂ ਦਾ ਰਾਜ ਹੈ, ਤੁਹਾਨੂੰ ਕੀ ਮਿਲਿਆ? ਤੁਸੀਂ ਸਾਡੇ ਨਾਲ ਆਓ, ਅਸੀਂ ਤੁਹਾਨੂੰ ਦੇਵਾਂਗੇ। ਦੇਣਾ ਕਿਸੇ ਨੂੰ ਕੀ, ਛੁਣਛਣਾ ਦੇਣਾ ਸੀਗਾ। ਇਸੇ ਤਰੀਕੇ ਨਾਲ ਜਿਹੜੇ ਸ਼ਡਿਊਲਡ ਕਾਸਟ ਸੀ
ਉਹਨਾਂ ਦੇ ਜਾਤਵ ਜਿਸ ਤਰ੍ਹਾਂ ਸਾਡੇ ਆ ਧਰਮੀ ਹੈਗੇ ਆ ਪੰਜਾਬ 'ਚ, ਉੱਥੇ ਜਾਤਵ ਜਾਂ ਹੋਰ ਜਿਨ੍ਹਾਂ ਦਾ ਚਮੜੇ ਦਾ ਕੰਮ ਸੀ ਉਹ ਥੋੜੇ ਸ਼ਡਿਊਲਡ ਕਾਸਟ ਵੈਲ ਆਫ ਹੈਗੇ, ਆਗਰੇ ਦੇ ਹੋਰ ਜਗ੍ਹਾ ਦੇ, ਉਹ ਜ਼ਿਆਦਾ ਹਿੱਸਾ ਪੜ੍ਹੇ ਲਿਖੇ ਵੀ ਜ਼ਿਆਦਾ ਹੈ, ਉਹ ਜ਼ਿਆਦਾ ਹਿੱਸਾ ਰਿਜ਼ਰਵੇਸ਼ਨ ਦਾ ਉਹਨਾਂ ਕੋਲ ਚਲੇ ਜਾਂਦਾ ਸੀ। ਉਹਨਾਂ ਨੇ ਕਿਹਾ ਉਹ ਦੇਖੋ ਤੁਹਾਨੂੰ ਕੱਖ ਨਹੀਂ ਮਿਲਿਆ ਅਜੇ ਤੱਕ, ਆ ਇੱਕੋ ਹੀ ਉੱਪਰ ਵਾਲੀ ਜਾਤੀ ਜਿਹੜੀ ਤੁਹਾਡੀ ਸ਼ਡਿਊਲ ਕਾਸਟਾਂ 'ਚ ਪੰਡਿਤ ਬਣੀ ਬੈਠੀ ਹੈ, ਇਹ ਲੈ ਗਈ, ਇਹਨੂੰ ਤੁਸੀਂ ਛੱਡੋ ਪਰਾਂ ਤੇ ਅਸੀਂ ਤੁਹਾਨੂੰ ਐਤਕੀ ਕਰਾਂਗੇ, ਤੁਸੀਂ ਸਾਰੇ ਸਾਨੂੰ ਵੋਟਾਂ ਪਾਓ। ਇਹੋ ਜਿਹਾ ਪੱਤਾ ਖੇਲ ਕੇ ਯੋਗੀ ਜੀ ਵੱਡੀ ਗਿਣਤੀ 'ਚ ਵੋਟਾਂ ਨੂੰ ਝਾੜੂ ਮਾਰ ਕੇ ਲੈ ਗਏ। ਹੁਣ ਕੀ ਹੋਇਆ 5 ਸਾਲਾਂ 'ਚ, ਉਹ ਤਾਂ ਉਹਦਾ ਤੇ ਜਵਾਬ ਹੁਣ ਆਉਂਦੇ ਸਾਲ ਪੰਜਾਬ 'ਚ ਵੀ ਦਿੱਤਾ ਜਾਊਗਾ ਤੇ ਯੂਪੀ 'ਚ ਵੀ ਦਿੱਤਾ ਜਾਊਗਾ। ਇਹੀ ਪੱਤੇ ਖੇਡ ਖੇਡ ਕੇ ਕਦੀ ਧਰਮ ਦਾ ਤੇ ਕਦੀ ਜਾਤ ਦਾ ਬੀਜੇਪੀ ਬਾਰ-ਬਾਰ ਸਮਾਜ ਨੂੰ ਕਮਜ਼ੋਰ ਕਰਕੇ ਆਪਣੀ ਸ਼ਕਤੀ ਨੂੰ ਵਧਾਉਂਦੀ ਹੈ। ਜਿਵੇਂ ਕੋਈ ਵੀ ਪੈਰਾਸਾਈਟ ਅਮਰਬੇਲ ਹੁੰਦੀ ਹੈ, ਉਹ ਜਿਹਦੇ ਤੇ ਛੱਡਦੀ ਆ ਉਹਨੂੰ ਤੇ ਕਮਜ਼ੋਰ ਪੇੜ ਨੂੰ, ਪੌਦੇ ਨੂੰ, ਝਾੜੀ ਨੂੰ ਕਰਦੀ ਹੈ ਤੇ ਆਪਣੀ ਸ਼ਕਤੀ ਵਧਾਉਂਦੀ। ਇਹੀ ਹਾਲਤ ਦਲਿਤਾਂ ਦੀ ਬਿਲਕੁਲ ਉਸੇ ਪੌਦੇ ਵਰਗੀ ਆ ਜਿਹਦੇ ਤੇ ਦੂਜੇ ਪਲਦੇ ਆ, ਇਹ ਕਮਜ਼ੋਰ ਹੁੰਦੇ ਆ ਔਰ ਉਹਨਾਂ ਨੂੰ ਅਸਲ ਮਾਇਨਿਆਂ 'ਚ ਨਹੀਂ ਮਿਲਦਾ। ਇਹ ਪੋਲਿਟਿਕਸ ਜਿਹੜੀ ਯੂਪੀ ਦੀ ਪੋਲਿਟਿਕਸ ਆ ਸੁਖਵਿੰਦਰ, ਉਸ ਤੋਂ ਇਹਨਾਂ ਨੇ ਸਿੱਖ ਕੇ ਕਿ ਇਹਨਾਂ ਕੋਲ ਇੱਕੋ ਹੀ ਸੋਚ ਤੇ ਇੱਕੋ ਹੀ ਫਾਰਮੂਲਾ, ਉਹ ਫਾਰਮੂਲਾ ਹੈ ਹੀ ਇਹੋ ਆ, ਕਿਸੇ ਵੀ ਤਰੀਕੇ ਨਾਲ ਲੋਕਾਂ 'ਚ ਵੰਡ ਪਾ ਕੇ, ਲੋਕਾਂ ਨੂੰ ਲੜਾ ਕੇ, ਨਫ਼ਰਤ ਫੈਲਾ ਕੇ ਆਪਣਾ ਉੱਤੇ ਲੋਕਾਂ ਦਾ ਭਰੋਸਾ ਬਣਾ ਲੈਣਾ ਔਰ ਉਹਦੇ ਭਰੋਸੇ ਦੇ ਨਾਲ ਟੈਂਪਰੇਰੀ ਇਹਨਾਂ ਨੂੰ ਰਾਹਤ ਮਿਲ ਜਾਂਦੀ ਆ। ਵੋਟਾਂ ਪਈਆਂ ਤੇ ਫਿਰ 5 ਸਾਲ ਤੂੰ ਕੌਣ ਤੇ ਮੈਂ ਕੌਣ। ਇਹ ਪੱਤਾ ਇੱਥੇ ਇਹਨਾਂ ਨੇ ਚੀਫ ਮਿਨਿਸਟਰ ਦਾ ਖੇਡਿਆ। ਚੀਫ ਮਿਨਿਸਟਰ ਨੂੰ ਛੁਣਛੁਣਾ ਦੇਣਾ, ਉੱਥੇ ਕੱਖ ਨਹੀਂ ਮਿਲਣਾ। ਬਣ ਜਾਣ ਚੀਫ ਮਿਨਿਸਟਰ, ਕੀ ਕਰ ਲੈਣਗੇ ਜਦ ਪਾਰਟੀ ਬੀਜੇਪੀ ਆ ਔਰ ਪਾਰਟੀ ਬੀਜੇਪੀ 'ਚ ਮੋਦੀ ਆ ਤੇ ਮੋਦੀ ਦੇ ਨਾਲ ਅਮਿਤ ਸ਼ਾਹ ਆ, ਤੇ ਉਹ ਕਿਵੇਂ ਦੀ ਰਾਜਨੀਤੀ ਉਹਨਾਂ ਦੀ, ਆਰਐਸਐਸ ਦੀ ਕਿਵੇਂ ਦੀ ਰਾਜਨੀਤੀ। ਪਹਿਲਾਂ ਪੁੱਛਿਆ ਜਾਵੇ ਉਸ ਬੀਜੇਪੀ ਨੂੰ, ਜਿਹੜਾ ਵੀ ਚੀਫ ਮਿਨਿਸਟਰ ਦਾ ਕੈਂਡੀਡੇਟ ਖੜਾ ਹੁੰਦਾ, ਉਹਨਾਂ ਨੂੰ ਸਵਾਲ ਕਰਨ ਕਿ ਤੁਸੀਂ ਹੁਣ ਜੋ ਦਲਿਤਾਂ ਨੂੰ ਸਸ਼ਕਤ ਕਰਨ ਲਈ, ਚੀਫ ਮਿਨਿਸਟਰ ਬਣਾ ਕੇ ਉਹਨਾਂ ਨੂੰ ਰਾਜਨੀਤਿਕ ਸੱਤਾ ਦੇ ਵਿੱਚ ਐਮਪਾਵਰ ਕਰਨ ਲਈ ਸਾਨੂੰ ਪੱਤਾ ਖੇਲ ਰਹੇ ਆ ਜਾਂ ਸਾਨੂੰ ਭਰੋਸਾ ਦੇ ਰਹੇ ਆ, ਪਹਿਲਾਂ ਇਹ ਦੱਸੋ ਕਿ ਜਾਤਾਂ ਬਣਾਈਆਂ ਕਿਹਨੇ? ਤੁਸੀਂ ਲੋਕ ਆ। ਆਰਐਸਐਸ ਦੀ ਆਈਡੀਓਲੋਜੀ ਆ, ਉਹਨਾਂ ਦੀ ਸੋਚ ਜਿਹੜੀ ਇਹਨਾਂ ਨੂੰ ਦਲਿਤਾਂ ਨੂੰ ਅੱਜ ਤੱਕ ਦਲਿਤ ਬਣਾ ਕੇ ਰੱਖਿਆ ਹੋਇਆ। ਜੇ ਉਹ ਨਾ ਹੁੰਦਾ, ਮਨੂਵਾਦੀ ਸੋਚ ਇਸ ਦੇਸ਼ ਦੇ ਅੰਦਰ ਨਾ ਹੁੰਦੀ ਔਰ ਉਹ ਜਿਹੜੀ ਬ੍ਰਹਿਮਨੀਕਲ ਹੋਲਡ ਆ ਕਿ ਅਸੀਂ ਪਵਿੱਤਰ ਆ, ਅਸੀਂ ਤੇ ਰੱਬ ਤੋਂ ਸਿੱਧੇ ਭੇਜੇ ਹੋਏ, ਅਸੀਂ ਤੇ ਰੱਬ ਦੇ ਵਿੱਚ ਤੇ ਲੋਕਾਂ ਦੇ ਵਿੱਚ ਇੱਕ ਮਿਡਲਮੈਨ ਹੈਗੇ ਆ, ਵਿਚੋਲੀਏ ਹੈਗੇ ਆ, ਉਸ ਕਿਸਮ ਦਾ ਜਿਹੜਾ ਇਹਨਾਂ ਨੇ ਕਰਕੇ ਬਾਕੀ ਸਾਰਿਆਂ ਨੂੰ ਲੜਾ ਕੇ ਵੰਡ ਕੇ ਰੱਖਿਆ, ਉਹਦੇ ਬੀਜ ਜਾਂ ਉਹਦੀ ਜਿਹੜੀ ਪਰਿਭਾਸ਼ਾ ਹੈ ਜਾਂ ਉਹਦੇ ਭਾਸ਼ਾ ਤੇ ਪਰਿਭਾਸ਼ਾ ਦੋਵੇਂ ਹੀ ਉਹ ਇਹਨਾਂ ਲੋਕਾਂ ਕੋਲ ਹੀ ਆ, ਬੀਜੇਪੀ ਕੋਲ ਹੀ ਆ। ਅੱਜ ਵੀ ਜੇ ਤੁਹਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਪੌੜੀਆਂ 'ਚ ਬੈਠਣਾ ਪੈਂਦਾ ਤੇ ਮੰਦਿਰ ਦੇ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਅੱਜ ਵੀ ਕਿੰਨੇ ਮੰਦਿਰ ਆ ਜਿੱਥੇ ਔਰਤ ਨੂੰ ਨਹੀਂ ਵੜਨ ਦਿੱਤਾ ਜਾਂਦਾ। ਇਹ ਕਿਤੇ ਦੁਨੀਆ 'ਚ ਸੁਣਿਆ ਤੁਸੀਂ ਕਿ ਆਪਣੇ ਧਰਮ ਦਾ ਕੋਈ ਮੰਦਿਰ ਹੋਵੇ, ਚਰਚ ਹੋਵੇ, ਮਸਜਿਦ ਹੋਵੇ ਆਪਣੇ ਧਰਮ ਦਾ, ਔਰ ਉਹਦੇ 'ਚ ਉਹਨੂੰ ਵੜਨ ਨਾ ਦਿੱਤਾ ਜਾਵੇ? ਇਹਦਾ ਮਤਲਬ ਉਹਨਾਂ ਦਾ ਧਰਮ ਹੈ ਹੀ ਨਹੀਂ। ਉਹ ਉਹਨਾਂ ਨੂੰ ਤੇ ਫਿਰ ਕਾਹਦਾ ਹਿੰਦੂ ਕਾਰਡ, ਜੇ ਕਾਰਡ, ਉਹ ਕਾਰਡ ਖਿੱਚਦੇ। ਠੀਕ ਹੈ, ਜਿਹੜੇ ਇਹਨਾਂ ਦੇ ਸਵਰਨ ਜਾਤੀਆਂ ਦੇ ਆ 10-15% ਉਹਨਾਂ ਦੀਆਂ ਵੋਟਾਂ ਲੈ ਕੇ ਬੈਠੇ ਰਹਿਣ, ਬਾਕੀ ਦੇ ਨੂੰ ਕਿਉਂ ਪਰੇਸ਼ਾਨ ਕਰਦੇ? ਬਾਕੀ ਦੇ ਤੇ ਇਸ ਕਿਸਮ ਦਾ ਜਿਹੜਾ ਜੂੜਾ ਉਹਨਾਂ ਦੇ ਉੱਤੇ ਦਬਦਬਾ ਪਾਇਆ ਹੋਇਆ, ਉਹਦੇ ਤੋਂ ਮੁਕਤ ਹੋਣਾ ਚਾਹੁੰਦੇ ਆ। ਔਰ ਜੋ ਮੁਕਤੀ ਦਾ ਰਾਹ ਬੀਜੇਪੀ ਦਿਖਾਉਂਦੀ ਆ ਉਹ ਫਾਲਸ ਹੈਗਾ, ਝੂਠਾ ਹੈਗਾ, ਛਲਾਵਾ ਹੈਗਾ, ਉਹਦੇ 'ਚ ਨਹੀਂ ਆਉਣਾ ਚਾਹੀਦਾ। ਉਸੇ ਨੂੰ ਹੀ ਅੱਗੇ ਤੋਰਦੇ ਆ। ਅੱਜ ਜਿਹੜੇ ਅਕਾਲੀ ਦਲ ਵੀਰ ਆ, ਉਹਨਾਂ ਨੇ ਬੜੀ ਦੇਰ ਦੀ ਇਹ ਚਰਚਾ ਚੱਲ ਰਹੀ ਸੀ ਕਿ ਉਹ ਗੱਲ ਕੁਝ ਬਣੀ ਕਿ ਨਹੀਂ ਬਣੀ। ਲੋਕ ਪੁੱਛਦੇ, ਉਹ ਕਹਿੰਦੇ ਯਾਰ ਬੀਐਸਪੀ ਜਿਹੜੀ ਆ ਉਹ ਨਾਲ ਰਲ ਜੂਗੀ। ਇਹੋ ਜਿਹੀਆਂ ਗੱਲਾਂ ਬੜੀ ਦੇਰ ਦੀਆਂ, 4 ਮਹੀਨੇ ਪਹਿਲਾਂ ਦੀਆਂ ਤੇ ਮੈਨੂੰ ਪਤਾ ਚੱਲਦੀਆਂ ਸੀ। ਉਹਦੇ 'ਚ ਫਿਰ ਇਹ ਪਤਾ ਲੱਗਾ ਕਿ ਮਾਇਆਵਤੀ ਸਹਿਮਤ ਨਹੀਂ ਹੋਊਗੀ। ਕਾਰਨ ਉਹਦਾ ਇਹ ਹੈ ਕਿ ਮਾਇਆਵਤੀ ਨੂੰ ਦਬਾ ਕੇ ਉਹਦੀਆਂ ਫਾਈਲਾਂ ਜਿਹੜੀਆਂ ਪੁਰਾਣੀਆਂ ਕੁਝ ਦੱਬੀ ਬੈਠੀ ਹੈ, ਮੋਦੀ ਤੇ ਅਮਿਤ ਸ਼ਾਹ ਦੱਬੇ ਬੈਠੇ ਆ। ਇਸ ਲਈ ਜੇ ਮਾਇਆਵਤੀ ਅਕਾਲੀ ਦਲ ਵੱਲ ਕੁਛ ਆਪਣਾ ਉਹ ਜਿਹੜਾ ਅੰਦਰੂਨੀ ਸਮਝੌਤਾ ਕਰਕੇ, ਉਹਦੀ ਨੇ ਮੈਂ ਨਾਂ ਨਹੀਂ ਲੈਣਾ ਹੈ, ਕੁਛ ਦੇਣ ਲੈਣ ਦਾ ਸਮਝੌਤਾ ਕਰਕੇ ਕਰ ਲੈਣਗੇ ਤਾਂ ਫਿਰ ਅਸੀਂ ਇੱਥੋਂ ਦਬਾਅ ਪਾਵਾਂਗੇ ਤੇ ਇਹ ਸਮਝੌਤਾ ਸਿਰੇ ਨਹੀਂ ਚੜੂਗਾ। ਮੈਂ ਤੇ ਬੜਾ ਹੈਰਾਨ ਹੋਇਆ ਜਦੋਂ ਅਚਾਨਕ ਇਹ ਖਬਰ ਆ ਗਈ ਕਿ ਲਓ ਜੀ ਸਮਝੌਤਾ ਹੋ ਗਿਆ, ਮਿਸ਼ਰਾ ਜੀ ਆ ਗਏ ਆ, ਹੋਰ ਵੀ ਆ ਗਏ ਆ, ਜਸਬੀਰ ਸਿੰਘ ਗੜੀ ਨਾਲ ਐਨ ਹੱਥ ਮਿਲਾਉਂਦੇ ਆ, ਤਲਵਾਰ ਫੜਾਤੀ ਗਈ ਹੈ ਤੇ ਹੁਣ ਉਹ ਤਲਵਾਰ ਦੇ ਨਾਲ ਅਕਾਲੀਆਂ ਕੋਲ ਪਹਿਲਾਂ ਹੀ ਸੀ ਤੇ ਮਿਸ਼ਰਾ ਜੀ ਨੂੰ ਫੜਾਤੀ ਆ। ਹੁਣ ਇਹ ਰਲ ਕੇ ਇੱਥੇ ਵਡਿੰਗਾ ਕਰਨਗੇ ਜਿਹੜੇ ਦੁਸ਼ਮਣ ਹੈਗੇ ਉਹਨਾਂ ਦਾ। ਪਰ ਇੱਕ ਗੱਲ ਬੜੀ ਸਾਫ਼ ਹੈ, ਮੈਂ ਇਹ ਤੋਂ ਪਹਿਲਾਂ ਕਿ ਤੁਹਾਡਾ ਅਗਲਾ ਸਵਾਲ ਲਵਾਂ, ਦਲਿਤਾਂ ਨੂੰ ਆਜ਼ਾਦ ਭਾਰਤ ਵਿੱਚ ਤੇ ਪੰਜਾਬ ਵਿੱਚ ਵੀ, ਭਾਵੇਂ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਤੇ ਭਾਵੇਂ ਬਾਅਦ ਵਿੱਚ,
ਮੈਨੂੰ ਨਹੀਂ ਲੱਗਦਾ ਕਿਸੇ ਨੇ ਕੋਈ ਰਾਹਤ ਦਿੱਤੀ ਹੈ, ਭਾਵੇਂ ਉਹ ਅਕਾਲੀ ਸੀ ਭਾਵੇਂ ਕਾਂਗਰਸੀ ਸੀ। ਉਹਨਾਂ ਸਾਰਿਆਂ ਦੇ ਵਿੱਚ ਖੇਤੀਬਾੜੀ ਜਾਂ ਹੋਰ ਅਰਬਨ ਖਾਂਦੇ ਪੀਂਦੇ ਲੋਕਾਂ ਦੀ ਮੈਜੋਰਿਟੀ ਰਹੀ ਹੈ। ਕਿਸੇ ਨੇ ਗਰੀਬ, ਭਾਵੇਂ ਉਹ ਸ਼ਹਿਰੀ ਗਰੀਬ ਆ ਤੇ ਖਾਸ ਕਰ ਦਲਿਤ ਸਮੁਦਾਇ ਤੇ ਔਰਤਾਂ, ਭਾਵੇਂ ਉਹ ਪੇਂਡੂ ਭਾਵੇਂ ਸ਼ਹਿਰੀ, ਉਹਨਾਂ ਨੂੰ ਰਾਹਤ ਦੇਣ ਦੀ ਜਗ੍ਹਾ ਕਟਾਪਾ ਹੀ ਚੜਿਆ। ਆਪਾਂ ਜਾਣਦੇ ਹਾਂ ਕਿਹੜੇ ਕਿਹੜੇ ਵੱਡੇ ਕੇਸ ਪੁਰਾਣੇ ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਹੋਏ। ਉਹ ਭੀਮਟਾਂ ਜਿਹੜਾ ਸੀਗਾ ਡੋਡਾ, ਸ਼ਿਵ ਲਾਲ ਡੋਡੇ ਦਾ ਫਿਰੋਜ਼ਪੁਰ ਵੱਲ ਜਿਹੜਾ ਉਹ ਸ਼ਰਾਬ ਦੇ ਠੇਕੇ ਦੇ ਕਿਸੇ ਨੇ ਪਤਾ ਨਹੀਂ ਉਹਦੀ ਮੰਨਣ ਤੋਂ ਨਾ ਕਰਤੀ ਦਲਿਤ ਨੇ, ਤੇ ਉਹਨੂੰ ਜਿਵੇਂ ਵੱਢ ਵਡੇਂਗਾ ਕੀਤਾ, ਬਾਅਦ ਵਿੱਚ ਉਮਰ ਕੈਦ ਹੋਈ। ਇਸੇ ਤਰ੍ਹਾਂ ਹੀ ਇਹ 2015 ਦੀ ਗੱਲ। 2000 ਦੇ ਵਿੱਚ ਤੁਹਾਨੂੰ ਪਤਾ ਹੀ ਆ ਬੰਤ ਸਿੰਘ ਝੱਬਰ, ਜਿਵੇਂ ਉਹਨਾਂ ਨੂੰ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਫੋਟੋ ਗਈ ਅਜੇ ਵੀ, ਉਹ ਉਹਨੂੰ ਕਹਿੰਦੇ ਆ ਸਿੰਗਿੰਗ ਟਾਰਸੋ, ਕਿ ਜਿਹਦੇ ਹੱਥ ਵੀ ਨਹੀਂ ਹੈ ਔਰ ਜਿਹਦਾ ਸਿਰਫ ਤਾੜੀ ਬਚਿਆ ਔਰ ਪੈਰ ਵੀ ਨਹੀਂ ਆ, ਫਿਰ ਵੀ ਉਹ ਜ਼ਿੰਦਗੀ ਨੂੰ ਜੀਣ ਦੇ ਗੀਤ ਗਾਉਂਦੇ ਆ। ਉਹਦਾ ਵੀ ਉਹ 2000 ਚ ਉਦੋਂ ਵੀ ਅਕਾਲੀ ਦਲ ਦਾ ਰਾਜ ਸੀਗਾ। ਇਸ ਤਰੀਕੇ ਨਾਲ ਜੇ ਤੁਸੀਂ ਇਹ ਕਹੋ ਕਿ ਪੁਰਾਣੇ ਜਿਹੜੇ ਪਏ ਹੋਏ ਫਰਕ ਆ ਸੁਖਵਿੰਦਰ ਲੋਕਾਂ ਦੇ ਮਨਾਂ ਵਿੱਚ, ਉਹਦਾ ਕਾਰਨ ਇਹ ਨਹੀਂ ਕਿ ਅਕਾਲੀ ਦਲ ਜਾਤੀਗਤ ਸੀਡ ਜਾਨੀ ਉਹਦੇ ਬੀਜ ਬੀਜਣ ਲਈ ਇਹ ਜ਼ਿੰਮੇਵਾਰ ਹੈਗੇ ਨਾ, ਪਰ ਇਹਨਾਂ ਨੇ ਉਸ ਪਾੜੇ ਨੂੰ ਮਟਾਇਆ ਨਹੀਂ। ਸਿੱਖੀ ਦਾ ਮਤਲਬ ਸੀ ਉਹਨੂੰ ਮਟਾਉਣਾ, ਉਹਨਾਂ ਨੂੰ ਰਾਹਤ ਦੇਣੀ, ਉਹਨਾਂ ਨੂੰ ਸਸ਼ਕਤ ਕਰਨਾ। ਜੇ ਤੁਸੀਂ ਨਹੀਂ ਕੀਤਾ ਔਰ ਇੰਨੀ ਦੇਰ 25 ਸਾਲ 9 ਮਾਸ ਦਾ ਰਿਸ਼ਤਾ ਉਹਨਾਂ ਲੋਕਾਂ ਨਾਲ ਬਣਾ ਕੇ ਰੱਖਿਆ ਜਿਨ੍ਹਾਂ ਨੂੰ ਜਾਤੀਗਤ ਰਾਜਨੀਤੀ ਸੂਟ ਕਰਦੀ ਆ, ਮੇਰਾ ਮਤਲਬ ਬੀਜੇਪੀ ਤੋਂ, ਤੇ ਇੱਕਦਮ ਲੋਕ ਇਹ 25 ਸਾਲ ਦੇ ਰਿਸ਼ਤੇ ਨੂੰ ਭੁੱਲ ਕੇ ਆਓ ਪਿਆਰ ਪੀਂਘਾਂ ਪਾਈਏ, ਆਓ ਨੇੜੇ ਆਈਏ, ਓਏ ਅਸੀਂ ਤੇ ਭੁੱਲੇ ਹੀ ਰਹੇ, ਇੰਨਾ ਚਿਰ ਸਾਡਾ ਇੰਨਾ ਪਿਆਰ ਸੀ ਇੱਕ ਦੂਜੇ ਨਾਲ, ਉਹ ਅਸੀਂ ਤੇ ਬੜੀਆਂ ਹੀ ਗਲਤ ਹੋ ਗਏ। ਹੁਣ ਹੋਮ ਕਮਿੰਗ ਹੋ ਗਈ, ਇੰਝ ਆ ਇੰਨੀ ਬੋਮ ਹੋਮੀ ਜਿਹਨੂੰ ਕਹਿੰਦੇ ਆ, ਇੰਨਾ ਉਹ ਲੱਗਦਾ ਕਿ ਜਿਵੇਂ 100 ਸਾਲ ਦਾ ਕੋਈ ਵਿਛੜੇ ਦੋਸਤ ਮਿੱਤਰ ਮਿਲ ਗਏ ਹੋਣ। ਇਸ ਕਿਸਮ ਦਾ ਸੁਖਵਿੰਦਰ ਜੀ ਇਹ ਪਿਆਰ ਅਕਾਲੀਆਂ ਵੱਲੋਂ ਦਲਿਤਾਂ ਪ੍ਰਤੀ ਜਤਾਇਆ ਜਾ ਰਿਹਾ। ਹਾਂਜੀ ਬਿਲਕੁਲ ਪ੍ਰੋਫੈਸਰ ਸਾਹਿਬ, ਮੇਰਾ ਸਵਾਲ ਹੁਣ ਇਹ ਸੀ ਇਹਦੇ ਵਿੱਚ ਕਿ ਜਦੋਂ ਤੁਸੀਂ ਰਾਖਵੇਂਕਰਨ ਦੀ ਗੱਲ ਕਰਦੇ ਹੋ, ਪਹਿਲਾਂ ਵੀ ਬੜੀ ਵਾਰੀ ਇਹਦੇ ਉੱਤੇ ਚਰਚਾਵਾਂ ਹੁੰਦੀਆਂ ਰਹੀਆਂ ਨੇ, ਜੇ ਹੁਣ ਹੋ ਰਹੀ ਹੈ ਤਾਂ ਰਾਖਵਾਂਕਰਨ ਨੂੰ ਲੈ ਕੇ ਸਵਾਲ ਉੱਠਦਾ ਹੈ ਕਿ ਰਾਖਵਾਂਕਰਨ ਜਿਹੜਾ ਉਹ ਆਰਥਿਕਤਾ ਦੇ ਆਧਾਰ ਤੇ ਹੋਣਾ ਚਾਹੀਦਾ। ਜ਼ਰੂਰੀ ਨਹੀਂ ਕਿ ਦਲਿਤ ਭਾਈਚਾਰੇ ਦੇ ਵਿੱਚ ਹੀ ਉਹ ਲੋਕ ਹੋਣ ਜਿਨ੍ਹਾਂ ਨੂੰ ਜਿਹੜਾ ਆਪਾਂ ਸਮਝੀਏ ਕਿ ਉਹ ਬੇਹੱਦ ਮਤਲਬ ਕਿ ਗਰੀਬੀ ਜਾਂ ਆਰਥਿਕਤਾ ਦੇ ਮਾਰ ਝੱਲ ਰਹੇ ਨੇ। ਬਾਕੀ ਭਾਈਚਾਰਿਆਂ ਦੇ ਵਿੱਚ ਵੀ ਹੈਗੇ ਨੇ, ਜੱਟ ਭਾਈਚਾਰੇ ਵਿੱਚ ਵੀ ਹੈਗੇ ਨੇ, ਹੋਰ ਜਿੰਨੇ ਭਾਈਚਾਰੇ ਜਿੰਨੀਆਂ ਜਾਤਾਂ ਸਭ ਦੇ ਵਿੱਚ ਨੇ। ਰਾਖਵਾਂਕਰਨ ਕੀ ਆਰਥਿਕਤਾ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ? ਕਿ ਦਲਿਤਾਂ ਨੂੰ ਇਹ ਗੱਲ ਨਹੀਂ ਸਮਝਣੀ ਚਾਹੀਦੀ ਕਿ ਸਾਨੂੰ ਵਰਤਿਆ ਜਾ ਰਿਹਾ ਐਜ਼ ਏ ਵੋਟ ਬੈਂਕ ਦੇ ਵਾਂਗੂ? ਸਾਨੂੰ ਵੀ ਸਮਝਣਾ ਚਾਹੀਦਾ ਇਸ ਚੀਜ਼ ਨੂੰ। ਦੇਖੋ, ਜਿਹੜਾ ਰਾਖਵਾਂਕਰਨ ਆ ਨਾ, ਉਹ ਇੰਡੀਆ ਦੇ ਵਿੱਚ ਵੀ ਤੇ ਬਾਹਰਲੇ ਦੇਸ਼ਾਂ 'ਚ ਵੀ, ਜਿੱਥੇ ਤਾਂ ਅਮਰੀਕਾ 'ਚ ਵੀ ਉਹਨੂੰ ਕਹਿੰਦੇ ਆ ਅਫਰਮੇਟਿਵ ਐਕਸ਼ਨ, ਠੀਕ ਹੈ। ਇਹ ਇੱਕ ਰਾਖਵਾਂਕਰਨ ਇਸ ਲਈ ਨਹੀਂ ਹੁੰਦਾ ਕਿ ਕੋਈ ਗਰੀਬ ਆ, ਇਸ ਕਰਕੇ ਕਿ ਪੈਸੇ ਹੁੰਦਿਆਂ ਹੋਇਆਂ ਵੀ ਸਮਾਜ ਵਿੱਚ ਉਹਨਾਂ ਨੂੰ ਰੁਤਬਾ ਨਹੀਂ ਮਿਲਦਾ। ਜਿਹੜੀ ਸਮਾਜਿਕ ਤੌਰ ਤੇ ਨਫ਼ਰਤ ਹੈ ਕਿਸੇ ਪ੍ਰਤੀ, ਹੀਣ ਭਾਵਨਾ, ਔਰ ਉਹਨਾਂ ਨੂੰ ਖੁੱਲ੍ਹ ਕੇ ਜੀਵਨ ਨਾ ਜੀਣ ਦੇਣਾ, ਉਸ ਦੀ ਕੰਪਨਸੇਸ਼ਨ ਕਿ ਆਪਾਂ ਇਤਿਹਾਸਿਕ ਤੌਰ ਤੇ ਕੁਝ ਸਮੁਦਾਇ ਨੂੰ, ਉਹ ਆਦੀਵਾਸੀ ਹੋ ਸਕਦੇ ਆ, ਉਹਨਾਂ ਦਾ ਵੀ ਰਾਖਵਾਂਕਰਨ ਇਸੇ ਕਰਕੇ ਆ। ਉਹ ਪਛੜ ਗਏ, ਬਹੁਤ ਸਾਰੇ ਲੋਕ ਅੱਗੇ ਨਿਕਲ ਗਏ, ਉਹ ਇੰਨਾ ਪਛੜ ਗਏ ਕਿ ਅੱਜ ਉਹ ਸਮਾਜ ਦੇ ਵਿੱਚ ਹੀਣ ਭਾਵਨਾ ਨਾਲ ਦੇਖੇ ਜਾਂਦੇ ਆ। ਹੁਣ ਮੰਨ ਲਓ ਇੱਕ ਕੋਈ ਬੰਦਾ IAS ਹੈ ਜਾਂ IPS ਅਫਸਰ ਹੈਗਾ ਆ, ਜਾਂ ਕੋਈ, ਮੈਂ ਤੁਹਾਨੂੰ ਇਹ ਤੋਂ ਵੱਧ ਐਗਜ਼ਾਮਪਲ ਕੀ ਦੇ ਸਕਦਾ ਆ ਕਿ ਜੇ ਦੇਸ਼ ਦਾ ਰਾਸ਼ਟਰਪਤੀ, ਉਹਦੇ ਨਾਲ ਵੱਡਾ ਤੇ ਕੋਈ ਨਹੀਂ ਹੈ, ਫੌਜਾਂ ਦਾ ਕਮਾਂਡਰ ਹੈ, ਸਾਰੇ ਦੇਸ਼ ਦਾ ਸਭ ਤੋਂ ਵੱਡਾ ਸੁਪਰੀਮ ਕਮਾਂਡਰ ਹੈ ਕਿ ਜੇ ਉਹਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ ਜਾਂਦਾ, ਉਹ ਕੀ ਕਰੂ? ਪੈਸੇ ਨੂੰ ਕੀ ਕਰੂ? ਰਾਖਵੇਂਕਰਨ ਨੂੰ? ਇਹਦਾ ਮਤਲਬ ਤੇ ਇੱਕ ਹੀਣ, ਉਹਨੂੰ ਇੱਕ ਡਿਸਕ੍ਰਿਮੀਨੇਸ਼ਨ ਹੈ। ਇਸ ਲਈ ਇੱਕ ਗੱਲ ਸਾਡੇ ਸਾਰੇ ਵੀਰਾਂ ਨੂੰ ਸਮਝਣੀ ਚਾਹੀਦੀ ਹੈ ਕਿ ਮੰਨ ਲਓ ਸਾਰਿਆਂ ਦਾ ਆਰਥਿਕ ਤੌਰ ਤੇ ਅਸੀਂ ਬਰਾਬਰ ਹੋ ਗਏ, ਮੈਂ ਸਮਝਾਉਣ ਦੀ ਗੱਲ ਸਮਝਾਉਣ ਲਈ ਕਹਿਣਾ ਵੀ ਸਾਰੇ ਬਰਾਬਰ ਆ ਅਸੀਂ, ਪਰ ਜਾਤਾਂ ਅਜੇ ਵੀ ਹੈਗੀਆਂ। ਕੀ ਇੱਕ ਦਲਿਤ ਦਾ ਮੁੰਡਾ, ਕਿ ਜੱਟਾਂ ਦੀ ਕੁੜੀ ਨਾਲ, ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਾਉਣ ਲਈ ਸਮਾਜ ਸਾਨੂੰ ਅਲਾਓ ਕਰ ਦੂਗਾ? ਜਾਂ ਕਿਸੇ ਹੋਰ ਜਿਹੜੇ ਕਿਸੇ ਵੀ ਦਲਿਤ ਪਛੜਿਆ ਕੋਈ ਵਰਗ ਹੈਗਾ, ਉਹਨਾਂ ਦੇ ਨਾਲ ਕਿਸੇ ਵੀ ਅੱਪਰ ਕਾਸਟ ਦਾ, ਜਿਹੜੇ ਸਵਰਨ ਜਾਤੀਆਂ, ਠਾਕੁਰ ਦਾ ਜਾਂ ਹੋਰ ਦਾ, ਕੁੜੀਆਂ ਦਾ ਵਿਆਹ ਸ਼ੁਰੂ ਹੋ ਜਾਊਗਾ? ਨਹੀਂ ਹੋਊਗਾ। ਉਹ ਵੱਢਣ ਤੱਕ ਚਲੇ ਜਾਣਗੇ, ਮਾਰਨ ਤੱਕ ਚਲੇ ਜਾਣਗੇ, ਪਿੰਡ ਨੂੰ ਅੱਗ ਲਾਉਣ ਤੱਕ ਚਲੇ ਜਾਣਗੇ। ਉਹ ਕਹਿਣਗੇ ਇਹ ਸੋਚਿਆ ਕਿਵੇਂ? ਜੇ ਕੋਈ ਮਾੜੀ ਜਿਹੀ ਗੱਲ ਵੀ ਕਰ,
ਅੱਜ ਜਿਸ ਤਰੀਕੇ ਨਾਲ ਨਫ਼ਰਤ ਤੇ ਲਵ ਜਿਹਾਦ ਦੇ ਐਕਟ ਬਣ ਰਹੇ ਆ, ਉਹ ਤੇ ਧਰਮ ਦੇ ਨਾਂ ਤੇ ਨਹੀਂ ਵੜਨ ਦਿੰਦੇ ਕਿਸੇ ਨੂੰ। ਇਹ ਕਿਹਦੇ ਵੱਲੋਂ ਲਵ ਜਿਹਾਦ ਦੇ ਐਕਟ ਆ ਰਹੇ ਆ? ਇਸੇ ਬੀਜੇਪੀ ਵੱਲੋਂ ਆ ਰਹੇ ਆ, ਇਸੇ ਆਰਐਸਐਸ ਵੱਲੋਂ ਆ ਰਹੇ ਆ। ਇਹੀ ਲੋਕਾਂ ਨੇ ਇਹ ਜਾਤਾਂ ਬਣਾਈਆਂ। ਇਹ ਕਿਸੇ ਨੂੰ ਆਪਣੇ ਜਿਹੜਾ ਉਹਨਾਂ ਨੂੰ ਖਾਨਾ ਬਣਾ ਕੇ ਦੇ ਦਿੱਤਾ, ਸਲੌਟਸ, ਪਿਜਨ ਹੋਲਸ, ਉਹਦੇ ਚੋਂ ਬਾਹਰ ਆਉਣ ਨਹੀਂ ਦੇਣਾ ਚਾਹੁੰਦੇ। ਸੁਖਵਿੰਦਰ ਕਹਿੰਦੇ ਕਿ ਉਹਦੇ 'ਚ ਹੀ ਜੀਓ, ਉਹਦੇ 'ਚ ਜਨਮ ਲਓ, ਉਹਦੇ 'ਚ ਹੀ ਮਰੋ, ਤੁਸੀਂ ਉਹਦੇ 'ਚ ਹੀ ਰਹਿਣਾ। ਫਿਰ ਜਾਤਾਂ ਟੁੱਟਣਗੀਆਂ ਕਿਵੇਂ? ਇਹ ਜਿਹੜੀ ਆਪਸ ਵਿੱਚ ਬੇਇਤਫਾਕੀ ਹੈ, ਬੇਵਿਸ਼ਵਾਸੀ ਹੈ, ਜਿਹੜੇ ਸਾਡੇ ਸਮਾਜ 'ਚ ਇੰਨੀ ਨਫ਼ਰਤ ਸਾਨੂੰ ਜਿਹੜੇ ਸਮਾਜ ਨੂੰ ਕਮਜ਼ੋਰ ਕਰਕੇ ਰੱਖਦੀ ਹੈ, ਉਹ ਖਤਮ, ਉਹ ਜ਼ਹਿਰ ਕਿਵੇਂ ਖਤਮ ਹੋਊਗੀ? ਗੁਰੂ ਨਾਨਕ ਦੇਵ ਜੀ ਇਸੇ ਕੰਮ ਲਈ ਤੇ ਅੱਗੇ ਆਏ ਸੀ। ਕਬੀਰ, ਫਰੀਦ, ਸਾਡੇ ਸਾਰੇ ਹੋਰ ਜਿੰਨੇ ਭਗਤ ਹੋਏ ਆ, ਉਹਨਾਂ ਨੇ ਕਿਹੜੀ ਗੱਲ ਦਾ ਗੁਹਾਰ ਲਾਈ? ਇਸੇ ਗੱਲ ਦੀ ਗੁਹਾਰ। ਇਸੇ ਕਰਕੇ ਸਿੱਖ ਧਰਮ ਆਇਆ ਸੀ। ਪਰ ਅਫਸੋਸ ਹੈ ਕਿ ਅਕਾਲੀ ਹੁਣ ਸੱਤਾ ਲਈ ਤੇ ਸਮਝੌਤੇ ਬੀਐਸਪੀ ਲਈ ਕਰ ਸਕਦੇ, ਬੀਐਸਪੀ ਨਾਲ ਕਰ ਸਕਦੇ ਆ। ਜਿਹੜੇ ਅਸਲੀ ਧਰਾਤਲ ਦੇ ਸੰਸਥਾਗਤ ਸਮਾਜਿਕ ਸੰਸਥਾਨਾਂ ਦੇ, ਜਿਸ ਤਰ੍ਹਾਂ ਜਾਤ ਆ, ਨਫ਼ਰਤ ਆ, ਭਿੰਨ ਭੇਦ ਆ, ਇਸ ਨੂੰ ਐਡਰੈਸ ਕਿਵੇਂ ਕਰਨਗੇ? ਇਵੇਂ ਇਸ ਸਾਰੇ ਜਿਹੜਾ ਵਖਰੇਵਾਂ ਆ, ਜਾਂ ਕੁਝ ਲੋਕਾਂ ਨੂੰ ਲੋਕ ਹੀ ਨਾ ਸਮਝਣਾ, ਬਰਾਬਰ ਦੇ ਹਿੱਸੇਦਾਰ ਹੀ ਨਾ ਇਸ ਸਮਾਜ ਦੇ ਅੰਦਰ ਔਰ ਇਸ ਰਾਜ ਦੇ ਅੰਦਰ ਨਾ ਸਮਝਣਾ, ਉਸ ਦਾ ਹੱਲ ਇਹ ਕੀ ਦੇਣਗੇ? ਕੋਈ ਹੈ ਸਵਾਲ? ਨਾ, ਸੱਤਾ ਦੀਆਂ ਚਾਂਬੜਾਂ ਪਾਉਂਦੇ ਫਿਰਦੇ ਆ, ਉਹਦੀਆਂ ਵਧਾਈਆਂ ਇੱਕ ਦੂਜੇ ਨੂੰ ਦਿੰਦੇ ਫਿਰਦੇ ਆ, ਉਹਦਾ ਵਡਾਛਾਂ ਐ ਖਿੜੀਆਂ ਹੋਈਆਂ ਕਿ ਹੁਣ ਸਾਨੂੰ ਇੱਕ ਬਹੁਤ ਵੱਡਾ ਪੱਤਾ ਅਸੀਂ ਖੇਲ ਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ, ਪੱਤੇ ਦਾ ਫਾਇਦਾ ਹੋਊਗਾ ਅਕਾਲੀ ਦਲ ਨੂੰ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈ। ਪਰ ਸਵਾਲ ਇਹ ਹੈ ਕਿ ਸੱਤਾ 'ਚ ਅੱਗੇ ਵੀ ਤੁਸੀਂ ਬਹੁਤ ਵਾਰੀ ਆਏ। ਅੱਗੇ 9 ਮਾਰਚ ਦਾ ਰਿਸ਼ਤਾ ਬੀਜੇਪੀ ਨਾਲ ਸੀ। ਹੁਣ ਕਹਿੰਦੇ ਕਿ ਅਸਲੀ 9 ਮਾਰਚ ਦਾ ਰਿਸ਼ਤਾ ਉਹ ਅਸਲੀ ਸਾਡਾ ਜਿਹੜੇ ਦਿਲ ਦੇ ਜਿਗਰ ਦੇ ਟੁਕੜੇ ਸੀ, ਉਹ ਤੇ ਦਲਿਤ ਭਾਈਚਾਰਾ ਸੀ। ਅਸੀਂ ਤੇ ਭੁੱਲੇ ਰਹੇ, ਅਸੀਂ ਘਰ ਵਾਪਸ ਆ ਗਏ ਆ। ਜੇ ਭੁੱਲੇ ਰਹੇ ਆ ਤੇ ਜੇ ਹੁਣ ਸਿਆਣੇ ਹੋ ਗਏ ਤੇ ਸਿਆਣੇ ਬਣ ਕੇ ਵੀ ਦੱਸੋ। ਕੱਲੀ ਸੱਤਾ ਲਈ ਇੱਕ ਲੋਕਾਂ ਨੂੰ ਛਲਾਵਾ ਨਹੀਂ ਦੇਣਾ। ਧਰਾਤਲ ਦੇ ਉੱਤੇ ਲੈਂਡ ਰਿਫਾਰਮ ਕਰੋ, ਦਲਿਤਾਂ ਨੂੰ ਜ਼ਮੀਨਾਂ ਦਿਓ, ਸਾਰਿਆਂ ਦੀ ਐਜੂਕੇਸ਼ਨ ਦਾ, ਚੰਗੀ ਮਿਆਰੀ ਐਜੂਕੇਸ਼ਨ ਦਾ, ਵਿਦਿਆ ਦਾ ਕੋਈ ਪ੍ਰਬੰਧ ਕਰੋ। ਕੋਈ ਬਿਮਾਰ ਠਮਾਰ ਹੋ ਜੇ, ਸਰਕਾਰ ਜ਼ਿੰਮੇਵਾਰੀ ਲਏ ਕਿ ਅਸੀਂ ਉਹਨਾਂ ਦਾ ਚੰਗੇ ਡਾਕਟਰਾਂ ਤੋਂ ਚੰਗੀ ਜਗ੍ਹਾ ਮੁਫਤ ਇਲਾਜ ਕਰਾਵਾਂਗੇ। ਸਾਡੇ ਰੋਜ਼ਮर्रा ਦੇ ਸਾਨੂੰ ਦੇਖਣ ਆਉਂਦਾ ਆ, ਕੋਈ ਵੀ ਬੰਦਾ ਬਿਮਾਰ ਹੋ ਜੇ, ਬਿਮਾਰੀ ਨੂੰ ਲੈ ਕੇ ਮਰ ਤੇ ਜਾਂਦਾ, ਉਹ ਇਲਾਜ ਨਹੀਂ ਕਰਾ ਸਕਦਾ, ਕਿਉਂਕਿ ਜਿੱਥੋਂ ਇਲਾਜ ਹੋਣਾ ਉਹਨੇ ਪੈਸੇ ਨਹੀਂ। ਜਿੱਥੇ ਜੇ ਜਿਸ ਕਿਸਮ ਦੀ ਬਿਮਾਰੀ ਆ, ਜਿੱਥੇ ਉਹ ਜਾਂਦੇ ਉੱਥੇ ਉਹਨਾਂ ਨੂੰ ਗੌਰਮੈਂਟਾਂ ਦੇ ਵਿੱਚ ਅਟੈਂਡ ਕੋਈ ਨਹੀਂ ਕਰਦਾ। ਉਹ ਕਹਿੰਦੇ ਜੀ ਲਿਆਓ ਇੰਨੇ ਪੈਸੇ ਫਲਾਨਾ। ਇਹ ਹਾਲਾਤ ਜਿਹੜੇ ਆ ਜੇ ਨਹੀਂ ਬਦਲਣਗੇ ਤਾਂ ਫਿਰ ਅਸਲ ਮਾਨਿਆਂ ਦੇ ਵਿੱਚ ਇੱਥੇ ਮਾਨਵਤਾ ਜਿਹੜੀ ਇਹ ਮਾਨਵਵਾਦੀ ਸੋਚ ਆ, ਉਸ ਨੂੰ ਲਾਗੂ ਅਸੀਂ ਨਹੀਂ ਕਰ ਪਾ ਰਹੇ ਹੋਵਾਂਗੇ। ਅਸੀਂ ਤੇ ਆਪਣੀ ਸੱਤਾ ਦੇ ਹਉਮੈ 'ਚ ਜਾਂ ਸੱਤਾ ਦੇ ਲੋਭ ਦੇ ਵਿੱਚ ਖੁਸ਼ੀਆਂ ਮਨਾ ਰਹੇ ਹੋਵਾਂਗੇ। ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ, ਮੇਰਾ ਆਖਰੀ ਸਵਾਲ, ਆਪਾਂ ਜਿਹੜੀ ਖਬਰ ਦੀ ਤੁਸੀਂ ਥੋੜਾ ਟੱਚ ਕੀਤਾ ਸੀ ਉਹਨੂੰ, ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਸੰਮਣ ਹੋਣਾ, ਐਸਆਈਟੀ ਵੱਲੋਂ ਸੱਦਣਾ, ਇਹਦੇ ਉੱਤੇ ਅਕਾਲੀ ਦਲ ਦਾ ਪ੍ਰਤੀਕਰਮ ਵਿਰਸਾ ਸਿੰਘ ਬਲਟੋਆ ਹੋਣਾ ਨੂੰ ਮੈਂ ਸੁਣ ਰਿਹਾ ਸੀ। ਉਹ ਕਹਿੰਦੇ ਕਿ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਕੈਪਟਨ ਸਾਹਿਬ ਦਾ ਪਹਿਲਾ ਰਾਜ ਸੀ, ਉਦੋਂ ਜੇ ਕੋਈ ਗੋਲੀ ਚੱਲੀ ਹੈ ਤਾਂ ਉਹਦੇ ਲਈ ਜੇ ਅੱਜ ਕਿਹਾ ਜਾਂਦਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ, ਤਾਂ ਪਹਿਲਾਂ ਉਹਨਾਂ ਉੱਤੇ ਕਾਰਵਾਈ ਕਰੋ। ਇਹਨੂੰ ਕਿੱਦਾਂ ਦੇਖਦੇ ਹੋ ਕਿ ਮਤਲਬ ਕਿ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਹਾਲਾਤ ਕਿਹੜੇ ਸੀ, ਕਿੰਨਾ ਹਾਲਾਤਾਂ ਦੇ ਵਿੱਚ ਕੀ ਹੋਇਆ? ਆਪਣੀ ਜ਼ਿੰਮੇਵਾਰੀ ਤੈਅ ਕਰਨ ਦੀ ਥਾਂ ਤੇ ਇੱਕ ਦੂਜੇ ਦੇ ਗੱਲ ਦੇ ਵਿੱਚ ਪਾਇਆ ਜਾ ਰਿਹਾ ਕਿ ਉਹਨੇ ਕੀਤਾ ਤੇ ਅਸੀਂ ਕੀ ਕੀਤਾ। ਹਾਂ, ਤੇ ਉਹ ਤੇ ਇਹੀ ਕਹਿਣਾ ਚਾਹੁੰਦੇ ਆ ਨਾ ਕਿ ਹੁਣ ਕਾਂਗਰਸ ਦਾ ਰਾਜ ਹੈਗਾ ਆ, ਤੇ ਇਸ ਲਈ ਜੇ ਕੋਈ ਅੱਜ ਸਾਰਾ ਕੁਝ ਕਿਸੇ ਵੀ ਪਾਰਟੀ ਜਾਂ ਪੰਜਾਬੀ ਦੇ ਨਾਲ ਧੱਕਾ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਕਾਂਗਰਸ ਆ। ਕਾਂਗਰਸ ਇਸ ਦੀ ਜਵਾਬਦੇਹ ਹੈਗੀ, ਉਹ ਇਸ ਨੂੰ ਪੱਤਾ ਬਣਾਉਣਾ ਚਾਹੁੰਦੇ। ਹੁਣ ਤੁਹਾਡਾ ਇਹ ਜ਼ਰੂਰ ਸਵਾਲ ਜਾਂ ਹੋਰਨਾਂ ਦਾ ਵੀ ਹੋਊਗਾ ਕਿ ਇਸ ਦਾ ਅਸਰ ਕੀ ਹੋਊਗਾ। ਮੇਰਾ ਤਾਂ ਖਿਆਲ ਹੈ ਕਿ ਇਹੋ ਜਿਹਾ ਨੋਟਿਸ ਸੁਖਬੀਰ ਬਾਦਲ ਨੂੰ ਵੀ ਕੱਢ ਦੇਣਾ ਚਾਹੀਦਾ, ਮਜੀਠੀਏ ਨੂੰ ਵੀ ਕੱਢ ਦੇਣਾ ਚਾਹੀਦਾ। ਜੇ ਉਹ ਕੱਢ ਦੇਣਗੇ ਤੇ ਇਹਦਾ ਰਾਜਨੀਤਿਕ ਤੌਰ ਤੇ ਇਸ ਹਾਲਾਤ ਵਿੱਚ ਲਾਹਾ ਅਕਾਲੀਆਂ ਨੂੰ ਹੋਊ, ਉਹਨਾਂ ਨੂੰ ਨੁਕਸਾਨ ਨਹੀਂ ਹੋਊਗਾ। ਹਾਂ, ਜਿਹੜੇ ਐਸਆਈਟੀ ਵੱਲੋਂ ਸੰਮਣ ਜਾਰੀ ਹੋਏ ਆ, ਮੇਰਾ ਖਿਆਲ ਹੈ ਕਿ ਹੁਣ ਇਹ ਸਿੱਧੀ ਸਿੱਧੀ ਪੱਤਾ ਤੇ ਜਿਹੜਾ ਦੂਜੇ ਪਾਸਿਓਂ ਪੱਤਾ ਸੁੱਟਣਾ ਉਹ ਜਾਰੀ ਹੋ ਗਿਆ। ਜਦੋਂ ਐਵੇਂ ਲੱਗਾ ਕਿ ਕਾਂਗਰਸ ਦੇ ਘਰ ਦੇ ਅੰਦਰ ਤੇ ਪਸੂੜੀ ਪਈ ਹੋਈ ਹੈ, ਉਧਰ ਬੜੀਆਂ ਬੜੀਆਂ ਪ੍ਰੈਸ ਕਾਨਫਰੰਸਾਂ ਪ੍ਰਗਟ ਸਿੰਘ ਹੁਣੀ ਕਰ ਰਹੇ ਆ ਆਪਣੇ ਹੀ ਚੀਫ ਮਿਨਿਸਟਰ ਦੇ ਵਿਰੁੱਧ, ਤੇ ਨਾਲ ਉਹਨਾਂ ਨੂੰ ਪੜੋਸ ਵੀ ਰਹੇ ਆ ਵੀ ਚਲੋ ਜੀ ਕਈ ਕੰਮ ਚੰਗੇ ਵੀ ਆ, ਪਰ ਅਸੀਂ ਤੇ ਅਸੂਲਾਂ ਦੀ ਲੜਾਈ, ਅਸੀਂ ਤੇ ਮੁੱਦਿਆਂ ਦੀ ਲੜਾਈ ਆ, ਸਾਡਾ ਕੋਈ ਨਿੱਜੀ ਨਹੀਂ ਹੈ। ਦੂਜੇ ਪਾਸੇ ਆਪਾਂ ਦੇਖਿਆ ਹੀ ਦਿੱਲੀ ਦੇ ਵਿੱਚ ਜੋ ਸਾਰਾ ਹੋਇਆ, 3 ਮੈਂਬਰੀ ਦੀ ਕਮੇਟੀ, ਸਾਰਾ ਉਹ ਇੱਧਰ ਕਾਂਗਰਸ ਦੇ ਘਰ ਜਦੋਂ ਭੰਗ ਭੁੱਜ ਰਹੀ ਆ, ਪਸੂੜੀ ਪਈ ਆ, ਤੇ ਉਧਰ ਜਦੋਂ ਇਕੱਠ ਹੋਇਆ ਤੇ ਕਾਂਗਰਸ ਨੂੰ ਕੋਈ ਨਾ ਕੋਈ ਜਵਾਬ ਤੇ ਦੇਣਾ ਹੀ ਪੈਣਾ ਸੀ। ਪਰ ਮੈਨੂੰ ਲੱਗਦਾ ਕਿ ਹੁਣ ਉਸ ਨੂੰ ਕਾਊਂਟਰ ਕਰਨ ਲਈ ਜਿਹੜਾ ਥੋੜਾ ਬਹੁਤ ਪ੍ਰਭਾਵ ਜਾਂ ਮਾਹੌਲ ਅਕਾਲੀ ਦਲ ਦੇ ਹੱਕ ਵਿੱਚ ਬਣ ਰਿਹਾ ਆ, ਉਸ ਦਾ ਜਵਾਬ ਦੇਣ ਲਈ, ਉਸ ਨੂੰ ਕਮਜ਼ੋਰ ਕਰਨ ਲਈ ਔਰ ਦੁਬਾਰਾ ਲੋਕਾਂ ਨੂੰ ਉਹੀ ਭਾਵਕ ਮੁੱਦਾ ਯਾਦ ਕਰਾਉਣ ਲਈ
ਕਿ ਦੇਖੋ ਬਰਗਾੜੀ ਵਾਲਾ ਮਤ ਭੁੱਲਿਓ, ਇਹ ਉਹੋ ਹੀ ਹੈ, ਇਹ ਉਹ ਤੁਸੀਂ ਰਾਮ ਰਹੀਮ ਨੂੰ ਵੀ ਮਤ ਭੁੱਲਿਓ, ਇਹ ਉਹੋ ਹੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਫੀ ਦਿੱਤੀ ਸੀਗੀ, ਔਰ ਰਾਮ ਰਹੀਮ ਉਹੋ ਹੀ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਸਵਾਂਗ ਰਚਿਆ ਸੀ। ਇਹ ਗੱਲਾਂ ਦੁਬਾਰਾ ਭਾਵਨਾਤਮਕ ਤੌਰ ਤੇ ਉੱਥੇ ਜਿਵੇਂ ਲੋਕਾਂ ਦੀ ਭਾਵਨਾ ਨੂੰ ਭੜਕਾ ਕੇ ਵੋਟਾਂ ਲਈ ਇਹ ਮੁੱਦਾ ਦੁਬਾਰਾ ਫਿਰ ਸੈਂਟਰ ਸਟੇਜ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਇਸ ਮੁੱਦੇ ਤੇ ਪਿਛਲੀ ਵਾਰੀ ਸੁਖਵਿੰਦਰ ਤੁਸੀਂ ਵੀ ਸਮਝਦੇ ਆ ਕਿ ਪਿਛਲੀ ਵਾਰੀ ਵੋਟਾਂ ਇਸੇ ਤੇ ਲਈਆਂ, ਹੋਰ ਕੀ ਲਈਆਂ। 77 ਜਿਹੜੀਆਂ ਸੀਟਾਂ ਬਣੀਆਂ ਬਾਅਦ ਵਿੱਚ ਹੋਰ ਪੜ ਕੇ ਬਣਾ ਕੇ 80 ਹੋ ਗਈਆਂ, ਤੇ ਇਹ ਕਾਹਦੇ ਤੇ ਪਈਆਂ, ਇਸੇ ਤੇ ਪਈਆਂ। ਪਰ ਤੁਸੀਂ ਕੀ ਕੀਤਾ, ਹੁਣ ਤੁਸੀਂ ਇਸ ਸਾਈਡ ਬੁਲਾ ਲਓ, ਇਹ ਕਰ ਲਓ, ਉਹ ਕਰ ਲਓ, ਛਾਂਗਣ ਮਾਂਗਣ ਹੈਗਾ ਆ। ਇਸ ਦਾ ਕਾਂਗਰਸ ਨੂੰ ਮੈਨੂੰ ਨਹੀਂ ਲੱਗਦਾ ਇਸ ਵੇਲੇ ਤੇ ਬਹੁਤਾ ਕੋਈ ਫਾਇਦਾ ਹੋਣਾ, ਤੇ ਨਾ ਬਾਦਲਾਂ ਨੂੰ ਕੋਈ ਬਹੁਤਾ ਇਹਦਾ ਨੁਕਸਾਨ ਹੋਣਾ, ਕਿਉਂਕਿ ਇੰਨਾ ਜ਼ਿਆਦਾ ਲੇਟ ਹੋ ਗਿਆ ਔਰ ਉਹਦਾ ਇੰਨਾ ਪ੍ਰਚਾਰ ਹੋ ਚੁੱਕਾ ਆ ਕਿ ਇਹ ਰਲੇ ਹੋਏ ਆ ਕਿ ਐਵੇਂ ਦਿਖਾਵੇ ਲਈ ਕਰਨਗੇ, ਛਲਾਵੇ ਲਈ ਕਰਨਗੇ। ਜੇ ਹੁਣ ਇਹ ਅੰਦਰ ਸੁਖਬੀਰ ਬਾਦਲ ਨੂੰ ਵੀ ਦਿੰਦੇ ਵੀ ਹੈ, ਉਹਨਾਂ ਨੂੰ ਵੀ ਕਰ ਦੇਣ ਇਸ਼ੂ, ਜਾਂ ਹੋਰ ਕਿਸੇ ਨੂੰ ਵੀ ਕਰ ਦੇਣ ਇਸ਼ੂ, ਤਾਂ ਉਸ ਦਾ ਮੈਨੂੰ ਰਾਦਰ ਇਹ ਲੱਗਦਾ ਇਸ ਸਟੇਜ ਦੇ ਉੱਤੇ ਅਕਾਲੀਆਂ ਨੂੰ ਨੁਕਸਾਨ ਦੀ ਜਗ੍ਹਾ ਫਾਇਦਾ ਹੋਊਗਾ ਕਿ ਦੇਖੋ ਜੀ ਹੁਣ ਇਲੈਕਸ਼ਨ ਲਈ ਉਹਨਾਂ ਨੂੰ ਅੰਦਰ ਕਰ ਰਹੇ ਆ, ਜੇ ਇਨਸਾਫ ਲਈ ਕਰਨਾ ਹੁੰਦਾ ਤੇ 2 ਸਾਲ ਪਹਿਲਾਂ ਲਈ ਕਰਦੇ। ਇਸ ਦਾ ਕੋਈ ਬਹੁਤਾ ਫਾਇਦਾ ਕਾਂਗਰਸ ਨੂੰ ਮੈਨੂੰ ਹੋਣ ਵਾਲਾ ਨਹੀਂ। ਪਰ ਕਾਂਗਰਸ ਨੇ ਕੀਤਾ ਸੁਖਵਿੰਦਰ ਇਸੇ ਕਰਕੇ ਆ ਕਿ ਜਿਹੜਾ ਮਾਹੌਲ ਗਰਮਾਇਆ ਆ ਅਕਾਲੀ ਦਲ ਦੇ ਹੱਕ 'ਚ ਬੀਐਸਪੀ ਨਾਲ ਸਮਝੌਤਾ ਕਰਨ ਤੋਂ ਬਾਅਦ, ਉਸ ਦੀ ਥੋੜੀ ਜਿਹੀ ਹਵਾ ਕਿਵੇਂ ਕੱਢੀ ਜਾਏ, ਇਸ ਲਈ ਤੁਸੀਂ ਇਧਰੋਂ SIT ਵੱਲੋਂ ਸੰਮਣ ਜਾਰੀ ਕਰ ਦਿਓ। ਹਾਂਜੀ, ਬਿਲਕੁਲ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਜੀ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ ਔਰ ਚੈਨਲ ਦੇ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਸਿਆਸਤ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ, ਕਿ ਕਿਸ ਤਰ੍ਹਾਂ ਸਿਆਸਤ ਕੰਮ ਕਰ ਰਹੀ ਹੈ, ਕਿਸ ਤਰ੍ਹਾਂ 2022 ਆਉਣ ਤੋਂ ਪਹਿਲਾਂ ਜੋ ਕੁਝ ਘਟਨਾ ਚੱਕਰ ਵਾਪਰ ਰਹੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਆਵਾਮ ਦੇ ਉੱਤੇ ਜਾਂ ਪੰਜਾਬ ਦੀ ਆਵਾਜ਼ ਦੇ ਉੱਤੇ ਕਿੱਦਾਂ ਦਾ ਫਰਕ ਪੈਣਾ ਹੈ। ਮੈਨੂੰ ਇਜਾਜ਼ਤ ਦਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।